पंजाब के नामी गायक लैंबर हुसैनपुरी होना ते गंभीर इल्जाम लगे ने। ये इल्जाम किसी होर ने नहीं बल्कि इन्हां दे अपने ही परिवारक मैंबरां दे वल्लों लगाए जा रहे हैं। लैंबर हुसैनपुरी साडे नाल मौजूद ने। एक पक्ष सब ने सुनिया, दूजा पक्ष लैंबर हुसैनपुरी होना दा इन्हां दे कोलों सुनदे हां। लैंबर साहब, सब तो पहलां तां स्वागत है टीवी पंजाब ते। जिस तरीके दे नाल गंभीर इल्जाम लग रहे हैं, परिवार दे वल्लों वड्डे सवाल खड़े कीते ने, मारपीट दा कुੱਟਮਾਰ दा जिहड़ा इल्जाम लगाया गया, सच्चाई की है? भाजी देखो, परमात्मा नूं पता सच्चाई ਉਹਨੂੰ ਪਤਾ, ਕਿਉਂਕਿ ਜਦੋਂ ਘਰ ਦੇ ਵਿੱਚ ਕੋਈ ਵੀ ਗੱਲਬਾਤ ਹੁੰਦੀ ਨਾ, ਐਲੀਗੇਸ਼ਨ ਨਹੀਂ ਲਾਉਂਦਾ ਬੰਦਾ। ਪਰ ਮੈਂ ਆਪਣੀ ਵਾਈਫ 'ਤੇ ਕੋਈ ਐਲੀਗੇਸ਼ਨ ਨਹੀਂ ਲਾਉਂਦਾ। ਜੋ ਮਰਜ਼ੀ ਕਰਦੇ ਰਹਿਣ, ਮੈਂ ਐਲੀਗੇਸ਼ਨ ਨਹੀਂ ਲਾਉਂਦਾ। ਗੱਲ ਸਿਰਫ ਇਹ ਆ ਵੀ ਕੋਠੀ ਕਿਰਾਏ 'ਤੇ ਆ, ਉਹ ਕੋਠੀ ਖਾਲੀ ਹੋ ਗਈ, ਉਹ ਕੋਠੀ ਕਿਰਾਏ 'ਤੇ ਚੜ੍ਹਨੀ ਸੀ। ਮੈਂ ਇੱਕੋ ਹੀ ਡੀਲਰ ਨਾਲ ਗੱਲ ਕੀਤੀ ਵੀ ਮੈਂ ਕੋਠੀ ਕਿਰਾਏ 'ਤੇ ਚੜ੍ਹਨੀ। ਉਹਨਾਂ ਨੇ ਬੰਦੇ ਨਹੀਂ ਭੇਜੇ, ਬੰਦੇ 4-5 ਜਣੇ ਗਏ, 2 ਲੇਡੀਆਂ ਗਈਆਂ। ਮੈਂ ਦਫ਼ਤਰ ਬੈਠਾ ਸੀ, ਮੈਂ ਆਪਣੇ ਫੋਨ 'ਤੇ ਔਨਲਾਈਨ ਦੇਖਣ ਲੱਗ ਗਿਆ ਵੀ ਬੰਦੇ ਚਲ ਗਏ। ਅਤੇ ਮੈਂ ਉਦੋਂ ਹੀ ਆਇਆ ਅਤੇ ਮੈਂ ਫੋਨ ਲਾਇਆ ਵਾਈਫ ਨੂੰ, ਉਹਨੇ ਪਿਕ ਨਹੀਂ ਕੀਤਾ। ਮੈਂ ਆ ਕੇ ਘਰੇ ਵਾਈਫ ਨਾਲ ਗੱਲ ਕੀਤੀ, ਬੇਟੀ ਵੀ ਮੇਰੀ ਕੋਲ ਸੀ, ਵੀ ਪੁੱਛੀ ਤਾਂ ਹੁੰਦਾ ਘਰ 'ਚ ਬੰਦੇ ਨਹੀਂ ਇੱਦਾਂ ਬਾੜੀ ਦੇ ਕੋਈ ਵੀ। ਮੈਂ ਵੀ ਕਿਹਨੇ ਭੇਜੇ ਸੀ? ਮੈਂ ਤਾਂ ਭੇਜੇ ਨਹੀਂ। ਵੀ ਕੋਈ ਸੱਟ ਪੇਟ ਮਾਰਨਗੇ ਘਰ 'ਚ, ਚਲੋ 100 ਗੱਲਬਾਤ ਵੀ ਨਾ ਵੀ ਕਰ ਸਕਦਾ ਵੀ ਕੋਈ ਜਾਣਾ ਨਹੀਂ ਚਾਹੀਦਾ ਅੰਦਰ। ਇਹੀ ਗੱਲਬਾਤ ਕਰਦੇ ਕਰਦੇ ਉਹ ਸਾਲੀਆਂ ਬੈਠੀਆਂ ਸੀ, ਉਹਨਾਂ ਨੇ ਨਾ ਉੱਠਦਿਆਂ ਸਾਰੀ ਮੈਨੂੰ ਗਾਲੀ ਗਲੋਚ ਨਾਲ ਹੀ ਕਰਨਾ ਸੀ। ਤੂੰ ਸਾਡੀ ਭੈਣ ਨੂੰ ਤੰਗ ਕੀਤਾ ਹੋਇਆ ਫਲਾ ਨਹੀਂ। ਮੇਰੇ ਘਰ 'ਚ ਹੀ ਲੌਬੀ 'ਚ ਹੀ ਖੜੇ ਬਸ ਇੰਨਾ ਕਹਿੰਦੇ ਸਾਰ ਭਾਜੀ, ਉਹ ਮੇਰੇ ਹੱਥੀ ਪੈ ਗਈ ਛੋਟੀ। ਹੁਣ ਮੇਰੇ ਕੁੜਤਾ ਪਾੜਦਾ, ਮੇਰੀ ਸੱਟ ਵੀ ਲੱਗ ਗਈ ਇੱਥੇ ਮਾਰਾ। ਅਤੇ ਉਹ ਬਾਹਰੋਂ ਦੂਸਰੀ ਗਈ ਜਿਹੜੀ, ਉਹ ਬਾਹਲੀ ਰੌਲਾ ਪਾਉਂਦੀ ਸੀ, ਰਜਨੀ ਉਹਦੇ ਘਰ ਵਾਲਾ। ਅਤੇ ਉਹਨਾਂ ਦੀ ਬਹੁਤ ਸ਼ਹਿ ਆ ਜੀ ਮੇਰੇ ਘਰ ਦੇ ਵਿੱਚ। ਉਹਨਾਂ ਨੇ ਪੈਰ ਹੀ ਨਹੀਂ ਲੱਗਣ ਦਿੱਤੇ ਅੱਜ ਤੱਕ ਸਾਡੇ 15-16 ਸਾਲ ਦੇ। ਵਾਈਫ ਮੇਰੀ ਉਹਨਾਂ ਦੇ ਹਿੜਕੇ ਚੜੀ, ਮੇਰੇ ਕਹਿਣੇ ਤੋਂ ਬਾਹਰ ਆ, ਮੇਰੀ ਗੱਲ ਨਹੀਂ ਮੰਨੀ ਜਾਂਦੀ ਕੋਈ ਵੀ। ਉਹ ਸਿਰਫ ਇੰਨੀ ਗੱਲ ਕਰਦੇ ਕਰਦੇ ਤੂੰ ਮੈਂ ਹੋ ਗਈ। ਅਤੇ ਮੈਂ ਆਪਣੀ ਵਾਈਫ ਨਾਲ ਗੱਲ ਕਰਦਾ, ਮੈਂ ਕਿਹਾ ਤੁਹਾਡੇ ਨਾਲ ਨਹੀਂ ਮੈਂ ਗੱਲ ਕਰਦਾ। ਅਤੇ ਮੈਂ ਕਿਹਾ ਮੈਂ ਤੇਰੇ ਕੋਲ ਪੈਸੇ ਲੈਣੇ ਆ, 2 ਸਾਲ ਹੋ ਗਏ ਸਾਡਾ ਕੰਮ ਕਾਰ ਨਹੀਂ ਚੱਲਦਾ, ਤੂੰ ਰਜਨੀ ਸਾਨੂੰ ਪੈਸੇ ਦੇ ਦੇ। ਇੱਥੋਂ ਹੀ ਉਹ ਖਿੱਚ ਗਈ, ਬਾਹਰ ਨੂੰ ਨੱਠ ਕੇ ਜਾ ਕੇ ਪਤਾ ਨਹੀਂ ਉਹਨੇ ਕੀ ਡਰਾਮਾ ਬਾਹਰ ਕੀਤਾ, ਮੇਰੇ ਬੱਸੋਂ ਬਾਹਰ। ਉਹਨੂੰ ਵੀ ਪਤਾ ਮੈਨੂੰ ਕੀ ਕੀਤਾ ਉਹਨਾਂ ਨੇ। ਬਸ ਉਹ ਪੈਸੇ ਮੰਗਣ ਤੋਂ ਬਾਅਦ ਐਲੀਗੇਸ਼ਨ ਉਹਨਾਂ ਦੇ ਹੱਥੀਂ ਵਿਆਹ ਕੀਤੇ ਮੈਂ 5-5 7-7 ਲੱਖ ਰੁਪਈਆ ਲਾ ਕੇ ਉਹਨਾਂ ਨੂੰ ਹੱਥੀਂ ਤੋਰਿਆ। ਇਹਨਾਂ ਦਾ ਕੋਈ ਤਾਇਆ ਚਾਚਾ ਭੈਣ ਭਰਾ ਕੋਈ ਵਿਆਹ 'ਤੇ ਨਹੀਂ ਪਹੁੰਚਾ। ਮੇਰੇ ਯਾਰਾਂ ਦੋਸਤਾਂ ਨੇ ਇਹਦੇ 'ਤੇ ਮਿਲਣੀਆਂ ਕੀਤੀਆਂ। ਕੱਲੀ ਦਾ ਮੈਂ ਵਿਆਹ ਕੀਤਾ, ਜਿਹਦੇ ਵਿੱਚ ਸਾਡੇ ਅਫਸਰ ਵੀ ਗਏ, ਗਾਇਕ ਵੀ ਗਏ। ਇਹ ਸਾਰੇ ਜਿਹੜੀਆਂ ਕਹਿੰਦੇ ਕੱਲੀ ਤਾਂ ਮੈਂ 3-3 4-4 ਲੱਖ ਰੁਪਈਆ ਲੈਣਾ ਇਹਨਾਂ ਤੋਂ। ਜਦੋਂ ਮੈਂ ਪੈਸੇ ਮੰਗਦਾ ਉਦੋਂ ਮੇਰੀ ਵਾਈਫ ਖੜ ਜਾਂਦੀ ਆ, ਉਹ ਕਿੱਥੋਂ ਦੇ ਦੇਣ? ਉਹ ਕਹਿੰਦੀ ਆ ਅਸੀਂ ਤਾਂ ਸੌਖੇ ਹੀ ਬੜੇ ਆ, ਸਾਨੂੰ ਤਾਂ ਕਿਸੇ ਚੀਜ਼ ਦੀ ਲੋੜ ਹੀ ਨਹੀਂ। ਉਹ ਪਹਿਲਾਂ ਨਹੀਂ ਨਾ ਸੌਖੇ, ਜਦੋਂ ਵਿਆਹ ਨਹੀਂ ਸੀ ਕਰਨਾ ਕਿਸੇ ਨੇ, ਉਦੋਂ ਮੈਂ ਹੀ ਸੀ ਇਕੱਲਾ। ਮੈਂ ਵੱਡਾ ਸਮਝ ਕੇ ਸਾਰੇ ਰਿਸ਼ਤੇ ਨਿਭਾਏ ਭਾਜੀ। ਅੱਛਾ, ਮੈਂ ਇਸ ਗੱਲ 'ਤੇ ਵੀ ਆਉਣਾ, ਪਹਿਲਾਂ ਇਹ ਗੱਲ ਕਲੀਅਰ ਕਰ ਲੈਂਦੇ। ਕਹਿੰਦੇ ਨੇ ਕਿ ਸਾਡੇ ਲੈਂਬਰ ਹੁਸੈਨਪੁਰੀ ਆ ਕੇ ਹੱਥੀਂ ਪਏ ਨੇ। ਤੁਸੀਂ ਕਹਿ ਰਹੇ ਕਿ ਉਹਨਾਂ ਨੇ ਸਾਡੇ ਕੁੱਟਮਾਰ ਕੀਤੀ, ਤੁਹਾਡੇ ਹੱਥੀਂ ਪਏ ਉਹ ਆ ਕੇ, ਸਾਲੀਆਂ ਪਹਿਲਾਂ ਹੋਈਆਂ। ਉੱਥੇ ਹੋਇਆ ਕੀ ਸੀਗਾ? ਤੁਸੀਂ ਜਾ ਕੇ ਸਮਝਾਇਆ ਤਾਂ ਸਾਲੀਆਂ ਨੇ ਤੁਹਾਡੇ ਨਾਲ ਹੱਥਾਪਾਈ ਕੀਤੀ? ਦੇਖੋ, ਜਿਹੜੇ ਛਾਤਰ ਬੰਦੇ ਹੁੰਦੇ ਨਾ, ਉਹਨਾਂ ਨੂੰ ਪਤਾ ਵੀ ਬੰਦਾ ਹੱਥ ਨਹੀਂ ਚੱਕ ਸਕਦਾ। ਜਿਹੜੇ ਛਾਤਰ ਬੰਦੇ ਉਹ ਬਹੁਤ ਤੇਜ਼ ਆ, ਬੰਨੀ ਅਤੇ ਉਹ ਰਜਨੀ, ਉਹਨਾਂ ਨੂੰ ਪਤਾ ਵੀ ਮੈਂ ਹੱਥ ਨਹੀਂ ਚੱਕ ਸਕਦਾ। ਮੈਂ ਹੱਥ ਨਹੀਂ ਚੱਕਿਆ, ਉਹਨੇ ਮੈਨੂੰ ਗਲੋਂ ਉਹਨਾਂ ਨੇ ਫੜਿਆ। ਪਾਪਾ ਜੀ ਮੇਰੇ ਕੋਲ ਆ, ਉਹ ਬਹੁਤ ਜ਼ਿਆਦਾ ਬਿਮਾਰ ਹੈ। ਸਾਡੇ ਘਰ 'ਚ ਕੋਈ ਨਹੀਂ ਹੈਗਾ, ਨਾ ਨਨਾਣ ਨਾ ਸੱਸ, ਕੋਈ ਨਹੀਂ ਹੈਗਾ। ਮੈਂ ਅਤੇ ਪਾਪਾ ਜੀ ਹਾਂ। ਅੱਜ ਤੱਕ ਜਦੋਂ ਦਾ ਸਾਡੀ ਮੈਰਿਜ ਹੈ, ਮੈਂ ਵਾਈਫ ਨੂੰ ਕਦੀ ਠਾਲਿਆ ਨਹੀਂ ਰਾਤ ਨੂੰ ਵੀ ਮੈਨੂੰ ਰੋਟੀ ਪਾ ਕੇ ਦੇ ਦੇ, ਠੰਡੀ ਹੋਵੇ ਤੱਤੀ ਹੋਵੇ, ਮੈਂ ਆਪ ਬਣਾਉਣਾ, ਆਪ ਖਾ ਲੈਣਾ। ਅਤੇ ਮੇਰੇ ਪੈਰ ਨਹੀਂ ਲੱਗਣ ਦਿੱਤੇ ਗਏ। ਜਦੋਂ ਮੈਂ ਬਾਹਰ ਚੱਲ ਜਾਣਾ, ਇੱਥੇ ਮੇਲਾ ਲੱਗਾ ਹੁੰਦਾ, ਇਹ ਸਾਰੀਆਂ ਇਕੱਠੀਆਂ ਹੀ ਹੁੰਦੀਆਂ, ਅਤੇ ਮੇਰੇ ਹੁੰਦਿਆਂ ਨਹੀਂ ਆਉਣਾ ਇਹਨਾਂ ਨੇ। ਇਹ ਕਲੇਸ਼ ਬਹੁਤ ਦੇਰ ਦਾ ਚੱਲੀ ਜਾਂਦਾ, ਪਰ ਮੈਂ ਕਿੰਨੀ ਕੁ ਦੇਰ ਬਰਦਾਸ਼ਤ ਕਰ ਸਕਦਾ। ਮੈਂ ਤਾਂ ਸਿਰਫ ਆ ਕੇ ਕੋਠੀ ਦੀ ਗੱਲ ਕੀਤੀ ਵੀ ਜਿਹੜੇ ਬਾਹਰਲੇ ਬੰਦੇ ਇੱਦਾਂ ਨਹੀਂ ਆਉਣੇ ਚਾਹੀਦੇ ਘਰ 'ਚ, ਕੋਈ ਪ੍ਰੋਬਲਮ ਆ ਜੂ। ਲੈ ਇੱਥੋਂ ਗੱਲ ਵਧੀਆ, ਨਾਲ ਮੈਂ ਪੈਸਿਆਂ ਦੀ ਗੱਲ, ਉੱਥੋਂ ਬਾਅਦ ਪਤਾ ਹੀ ਨਹੀਂ ਲੱਗਾ ਕੀ ਕੁਛ ਹੋਈ। ਬਿਲਕੁਲ ਇਸੇ ਗੱਲ ਨੂੰ ਲੈ ਕੇ ਜਿਹੜੇ ਵੱਡੇ ਇਲਜ਼ਾਮ ਲੱਗ ਰਹੇ ਨੇ, ਇੱਕ ਰਾਤ ਦੇ ਵਿੱਚ ਤੁਹਾਡੀ ਜਿਹੜੀ ਛਵੀ ਇਹਨਾਂ ਨੇ ਚੇਂਜ ਕਰ ਦਿੱਤੀ ਗਈ। ਇਹ ਵੱਡੇ ਇਲਜ਼ਾਮਾਂ ਦੇ ਨਾਲ ਘਰ ਦੇ ਵਿੱਚ CCTV ਲੱਗੇ ਨੇ। ਤੁਸੀਂ CCTV ਦੋ ਸਾਹਮਣੇ ਕਿੰਨੇ ਹੱਥ ਚੁੱਕਿਆ? ਪਹਿਲਾਂ ਇੱਥੋਂ ਸੱਚਾਈ ਕਲੀਅਰ ਹੋ ਜੂ। ਅਸਲ 'ਚ ਭਾਜੀ 3-4 ਸਾਲ ਹੋ ਗਏ ਸਾਡੇ ਨਾ, ਉਹ ਜਿਹੜੀ ਹਾਰਡ ਡਰਾਈਵ ਹੁੰਦੀ ਆ, ਉਹ ਸੜ ਗਈ ਸੀਗੀ। ਉਹ ਸਿਰਫ ਮੇਰੇ ਹੁਣ ਵੀ ਚੱਲਦੇ ਮੇਰੇ ਫੋਨ 'ਤੇ, ਉਹਦੇ ਵਿੱਚ ਉਹ ਰਿਕਾਰਡ ਨਹੀਂ ਹੁੰਦਾ ਕੋਈ। ਉਹ ਹੁੰਦਾ ਮੈਂ ਅੱਜ ਸਾਰਾ ਸੱਚ ਸਾਹਮਣੇ ਸੀ। ਅੱਜ ਮੈਂ ਘਰ 'ਚ ਇਕੱਲਾ, ਪਾਪਾ ਜੀ ਮੇਰੇ ਆ, ਅਤੇ ਮੇਰੇ ਅੰਦਰ ਹੀ ਹੋਇਆ, ਕਿਉਂਕਿ ਉਹ ਮੇਰੇ ਨਾਲ ਲੜਿਆ। ਮੈਂ ਤਾਂ ਗਿਆ ਹੀ ਨਹੀਂ ਕਿਤੇ, ਮੈਂ ਤਾਂ ਆਪਣੇ ਘਰ 'ਚ ਉਹਦੀ ਵਾਈਫ ਨਾਲ ਗੱਲ ਕਰਦਾ, ਜਿਹੜਾ ਮੇਰਾ ਅਧਿਕਾਰ ਹੈ। ਇੰਨੀ ਗੱਲ ਆ। ਅਤੇ ਉਹਦੇ ਵਿੱਚ ਹੈ ਨਹੀਂ ਕੁਛ ਵੀ, ਉਹ ਸਿਰਫ ਮੇਰੇ ਫੋਨ 'ਤੇ ਹੁਣ ਵੀ ਚੱਲਦਾ, ਤੁਸੀਂ ਦੇਖ ਸਕਦੇ ਜਾ ਕੇ। ਕੋਈ ਉੱਥੇ ਗਿਆ ਨਹੀਂ, ਮੈਨੂੰ ਉਹਦੇ ਬਾਰੇ ਪਤਾ ਨਹੀਂ ਕਿੱਥੋਂ ਜੋੜਨਾ, ਕੀ ਕਰਨਾ। ਮੈਂ ਤਾਂ ਕਰਵਾਉਣਾ ਕੰਮ ਵੀ ਆ ਮੁੰਡੇ ਲੱਜ ਤੋਂ। ਅੱਛਾ, ਇਲਜ਼ਾਮ ਬੜੇ ਤਰ੍ਹਾਂ ਦੇ ਲਾਉਂਦੇ ਨੇ। ਤੁਹਾਡੀਆਂ ਸਾਲੀਆਂ ਕਹਿੰਦੇ ਅਸੀਂ ਰੰਗੇ ਹੱਥੀਂ ਫੜਿਆ, ਬਾਹਰ ਜਨਾਨੀ ਕਿਸੇ ਦੇ ਨਾਲ ਅਫੇਅਰ ਚੱਲਦਾ ਇਹਨਾਂ ਦਾ, ਤੁਹਾਡੀ ਪਤਨੀ ਕਹਿੰਦੀ ਹੈ, ਬੱਚੇ ਕਹਿੰਦੇ ਨੇ। ਫਿਰ ਅੱਜ ਕਿਉਂ ਜਿੱਤਾ ਉਹਨਾਂ ਨੂੰ? ਅੱਜ ਕਿਉਂ ਜਿੱਤਾ? ਜੇ ਕੋਈ ਪਹਿਲਾਂ ਦੀ ਗੱਲ ਸੀ ਜਾਂ ਮੈਂ ਛੇੜਿਆ ਸੀ ਕਿਸੇ ਨੂੰ, ਪਹਿਲਾਂ ਕਿਉਂ ਨਹੀਂ ਗਿਆ? 16-17 ਸਾਲ ਬਾਅਦ ਅੱਜ ਉਹਨਾਂ ਨੂੰ ਚੇਤਾ ਆਇਆ ਵੀ ਮੇਰੀ ਛਵੀ ਇੱਦਾਂ ਦੀ ਆ, ਕਿਉਂਕਿ ਮੈਂ ਪੈਸੇ ਮੰਗ ਲਏ।
ਪੈਸੇ ਦੇਣ 'ਚ ਮੂੰਹ ਨਹੀਂ, ਇਹ ਪੈਸੇ ਦਾ ਤਾਂ ਪ੍ਰਾਪਰਟੀ ਦਾ ਚੱਕਰ ਹੈ ਭਾਜੀ। ਸਾਡੇ ਘਰ ਦੇ ਵਿੱਚ ਮੇਰੀ ਘਰ ਵਾਲੀ ਨੇ ਮੈਨੂੰ ਧਮਕੀ ਦਿੱਤੀ ਹੋਈ, ਤੈਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਣਾ। ਇਹ ਸਾਲੀ ਤੇ ਮੇਰਾ ਸਾਂਢੂ ਉਹ ਕਰਦਾ ਕਾਲਿੰਗ ਦਾ, ਉਹਨੂੰ ਕੰਪਿਊਟਰ ਬਾਰੇ ਪਤਾ। ਮੇਰਾ ਫੋਨ ਇਹਨਾਂ ਨੇ ਹੈਂਗ ਕੀਤਾ ਹੋਇਆ ਸੀ ਤੇ ਮੇਰਾ ਸਾਰਾ ਕੁਝ ਹੀ ਦੇਖਦੇ ਸੀ। ਜਿਵੇਂ ਮੈਂ ਕਿਸੇ ਨਾਲ ਵੀ ਕੋਈ ਗੱਲਬਾਤ ਕਰਨੀ ਹੈ, ਸਾਰੀਆਂ ਮੇਰੇ ਲਾਗੇ ਖੜ ਜਾਣ ਆ ਕੇ, ਮੈਨੂੰ ਇਕੱਲੇ ਨੂੰ ਹੋਣ ਹੀ ਨਹੀਂ ਦੇਣਾ। ਜੇ ਮੈਂ ਕੋਈ ਪ੍ਰੋਗਰਾਮ ਦੀ ਗੱਲ ਕਰਨੀ, ਜਾਂ ਕੋਈ ਕੁੜੀ ਆ ਕੋਈ ਗਾਉਂਦੀ ਆ, ਜਾਂ ਹੀਰੇ ਅਸਲ ਦੀ ਗੱਲ ਕਰਨੀ, ਜਾਂ ਕੁਛ ਵੀ ਕੋਈ, ਇਹਨਾਂ ਨੇ ਸ਼ੱਕ ਦੀ ਨਿਗਾਹ ਨਾਲ ਹਰ ਜਨਾਨੀ ਨੇ ਮੈਨੂੰ ਪੱਲੇ ਪਾਤਾ। ਮੈਂ ਉਹ ਆਰਟਿਸਟ ਆ, ਕਿੱਥੇ ਦੇਖਿਆ ਮੇਰੀ ਖਬਰ ਲੱਗੀ ਵੀ ਮੈਂ ਕਿਸੇ ਕੁੜੀ ਨੂੰ ਛੇੜਿਆ? ਜਾਂ ਮੈਂ ਤਾਂ ਹਰ ਯਾਰ ਦੋਸਤ ਨਾਲ 25 30 ਸਾਲ ਤੋਂ ਹੀ ਜੁੜੇ ਹੋਏ ਆ, ਬਸਾਰੀ ਤਾਂ ਕਦੀ ਸ਼ਿਕਾਇਤ ਹੀ ਨਹੀਂ ਆਈ। ਅੱਛਾ, ਸਾਲੀਆਂ ਦੇ ਨਾਲ ਪੈਸੇ ਦਾ ਰੌਲਾ ਹੋ ਸਕਦਾ ਹੈ ਕਿ ਸਾਲੀਆਂ ਤੋਂ ਤੁਸੀਂ ਪੈਸੇ ਮੰਗੇ ਤਾਂ ਉਹਨਾਂ ਇਲਜ਼ਾਮ ਲਾਤੇ। ਬੱਚਿਆਂ ਤੇ ਵਾਈਫ ਦੇ ਨਾਲ ਕਾਹਦਾ ਰੌਲਾ? ਬੱਚੇ ਕਿਉਂ ਅਜਿਹੇ ਇਲਜ਼ਾਮ ਲਗਾ ਰਹੇ ਨੇ? ਭਾਜੀ ਗੱਲ ਤਾਂ ਫੇਰ ਉੱਥੇ ਹੀ ਆ ਨਾ, ਜਦੋਂ ਤੁਸੀਂ ਕਿਸੇ ਦੇ ਹੱਥੇ ਚੜ੍ਹ ਜਾਂਦੇ ਆ, ਜਿਹੜੀ ਚੁੱਕਤ ਹੈ ਨਾ, ਉਹ ਪੱਥਰ ਪਾੜ ਦਿੰਦੀ ਆ। ਬੱਚਿਆਂ ਨੂੰ ਸਾਰੀਆਂ ਸਹੂਲਤਾਂ ਮਿਲਦੀਆਂ ਭਾਜੀ, 300-400 ਰੁਪਏ ਇੱਕ ਬੱਚੇ ਦਾ ਖਰਚਾ ਸਵੇਰ ਤੋਂ, ਤੇ ਹਰ ਸਹੂਲਤ ਮਿਲਦੀ ਆ। 65 ਤੋਂ 75,000 ਰੁਪਏ ਤੱਕ ਇਹਦੇ ਤੇ ਫੀਸਾਂ ਜਾਂਦੀਆਂ। ਠੀਕ ਆ, ਮੈਂ ਸਾਰਾ ਕੁਝ ਕਮਾਇਆ ਇਹਨਾਂ ਲਈ, ਮੈਂ ਕਿਤੇ ਨਹੀਂ ਰੱਖਣਾ, ਮੈਂ ਆਪਦੇ ਲਈ ਨਹੀਂ ਕਮਾਇਆ। ਅੱਜ ਘਰ ਵੀ ਉਹਨਾਂ ਦਾ, ਪ੍ਰਾਪਰਟੀ ਵੀ ਉਹਨਾਂ ਦੀ ਆ, ਪਰ ਉਹਨਾਂ ਦਾ ਜ਼ੋਰ ਲੱਗਾ ਵੀ ਪਾਪਾ ਜੀ ਦੀ ਵੀ ਡੈਥ ਹੋ ਜਾਏ। ਇਹ ਮੈਨੂੰ ਪਿੱਛੇ ਜਾ ਪਾ ਕੇ ਕੁਛ ਦੇਣ ਲੱਗ ਕਿਸੇ ਨੇ ਮੇਰੇ ਨਾਲ, ਮੇਰੀ ਵਾਈਫ, ਪਾਪਾ ਜੀ ਨੇ ਵੀ, ਪਾਪਾ ਜੀ ਕਹਿੰਦੇ ਮੇਰੀ ਸਿਹਤ ਖਰਾਬ ਹੋਈ ਜਾਂਦੀ ਹੈ। ਮੈਂ ਕਿਹਾ ਪਾਪਾ ਮੇਰੀ ਵੀ ਸਿਹਤ ਖਰਾਬ ਹੋਈ ਜਾਂਦੀ ਹੈ। ਤੇ ਮੈਂ ਇਹਨੂੰ ਵਾਈਫ ਨੂੰ ਕਿਹਾ, ਮੈਂ ਕਿਹਾ ਵੀ ਲੱਗਦਾ ਆ ਵੀ ਤੂੰ ਕੁਛ ਨਾ ਕੁਛ ਕਰਦੇ ਆ, ਹੈ ਨਾ, ਵੀ ਤੁਸੀਂ ਪਹਿਲਾਂ ਕਿਹਾ ਆ ਵੀ ਅਸੀਂ ਵੀ ਕੁਛ ਵੀ ਕਰ ਸਕਦੇ, ਤੁਹਾਨੂੰ ਤਬਾਹ ਕਰਨਾ ਅਸੀਂ ਫਲਾਨੀ ਟੈਂਕੜੀ, ਤੁਸੀਂ ਇੱਦਾਂ ਕਾਹਤੋਂ ਕਹਿੰਦੇ? ਸਾਨੂੰ ਪਤਾ ਨਹੀਂ ਲੱਗਦਾ ਵੀ ਮੈਂ ਜੋੜਦਾ ਤਾਂ ਤੁਹਾਡੇ ਲਈ ਆ, ਵੀ ਉੱਦਾਂ ਹੀ ਲਾ ਲਓ। ਦੇਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਵੀ ਕੁਛ ਨਾ ਕੁਛ ਸੀਗਾ। ਜਦੋਂ ਮੈਨੂੰ ਦੇਖਿਆ ਤਾਂ ਕਹਿੰਦੇ ਨਹੀਂ ਅਸੀਂ ਤਾਂ ਕੁਛ ਨਹੀਂ ਕੀਤਾ। ਤੇ ਮੈਂ ਜਦੋਂ ਕਹਿਣਾ ਅੱਗੇ ਮੇਰੇ ਨਾਲ ਬੱਚੇ ਰੋਟੀ ਪਾਣੀ ਖਾ ਲੈਂਦੇ ਸੀ, ਹੁਣ ਉਹ ਖਾਂਦੇ ਨਹੀਂ। ਅੱਛਾ, ਕੋਈ ਵੀ ਨਹੀਂ, ਮੈਨੂੰ ਬੁਰਕੀ ਵੀ ਨਹੀਂ ਲਾਉਂਦਾ, ਮੈਂ ਇਕੱਲੇ ਰੋਟੀ ਖਾ ਕੇ ਤੇ ਮੈਂ ਪੈ ਜਾਂਦਾ, ਚੱਲ ਵੀ ਕੋਈ ਗੱਲ। ਕਹਿੰਦੇ ਦਹਿਸ਼ਤ ਹੀ ਇੰਨੀ ਆ ਪਾਪਾ ਦੀ ਕਿ ਜਦੋਂ ਪਾਪਾ ਘਰੇ ਆ ਜਾਂਦੇ ਸਾਨੂੰ ਕੰਬਣੀ ਸ਼ੁਰੂ ਹੋ ਜਾਂਦੀ ਆ, ਅਸੀਂ ਡਰਨ ਲੱਗ ਜਾਂਦੇ ਆ, ਇੰਨਾ ਜ਼ਿਆਦਾ ਖੌਫ ਹੈ। ਦੇਖੋ ਕਲਾਕਾਰ ਦੇ ਜੇ ਤਾਂ ਤੁਹਾਨੂੰ ਮੂੰਹ ਤੋਂ ਇਹ ਲੱਗਦਾ ਭਾਜੀ, ਬਾਕੀ ਪਰਮਾਤਮਾ ਨੂੰ ਪਤਾ। ਜੇ ਤਾਂ ਤੁਹਾਨੂੰ ਲੱਗਦਾ ਵੀ ਮੈਂ ਇਦਾਂ ਦਾ ਹੈਗਾ, ਵੀ ਰੋਜ਼ ਮੇਰੀਆਂ ਲੜਾਈਆਂ ਹੀ ਹੁੰਦੀਆਂ, ਫਿਰ ਤਾਂ ਤੁਸੀਂ ਕਹਿ ਦਿਓ ਵੀ ਮੈਂ ਬਹੁਤ ਗੰਦੇ ਸੁਭਾਅ ਦਾ ਹੋ ਸਕਦਾ। ਬੱਚਿਆਂ ਨੂੰ ਸਾਰੀਆਂ ਸਹੂਲਤਾਂ ਸਭ ਕੁਛ ਘਰ 'ਚ ਆ ਭਾਜੀ। ਕਿਹੜੀ ਚੀਜ਼ ਆ ਜਿਹੜੀ ਨਹੀਂ ਹੈਗੀ? ਮੇਰੇ ਦੋਸਤਾਂ ਮਿੱਤਰਾਂ ਨੂੰ ਪਤਾ, ਇੰਗਲੈਂਡ ਕੈਨੇਡਾ ਅਮਰੀਕਾ ਸਾਰਿਆਂ ਨੂੰ ਘੁਮਾ ਕੇ ਲਿਆ ਮੈਂ। 13 ਲੱਖ ਰੁਪਈਆ ਲੱਗਾ ਮੇਰਾ। ਜਰਮਨ, ਇਟਲੀ, ਫਰਾਂਸ ਤੇ ਇੰਗਲੈਂਡ, ਇਹਨਾਂ ਦੇ ਸਾਰਿਆਂ ਦੇ ਪਾਸਪੋਰਟ ਤੇ ਵੀਜ਼ੇ, ਆਸਟ੍ਰੇਲੀਆ ਦੇ 2-2 ਸਾਲ ਦੇ। ਵਾਈਫ ਨੂੰ ਮੈਂ ਸਾਰੀਆਂ ਕੰਟਰੀਆਂ ਘੁਮਾਤੀਆਂ। ਗੱਲ ਸਿਰਫ ਪ੍ਰਾਪਰਟੀ ਤੇ ਖੜੀ ਆ ਭਾਜੀ। ਇਹ ਉਹ ਚਾਹੁੰਦੇ ਆ ਵੀ ਇਹ ਦੋਨੇ ਪੇਪਰ ਖਤਮ ਹੋ ਜਾਣ, ਅਸੀਂ ਇੱਥੇ ਜੋ ਮਰਜ਼ੀ ਕਰੀਏ। ਮੈਂ ਰੋਕਦਾ ਆ ਉਹਨਾਂ ਨੂੰ, ਉਹ ਬਰਦਾਸ਼ਤ ਨਹੀਂ ਕਿ ਮੇਰੇ ਘਰ 'ਚ ਕੋਈ ਬਿਨਾਂ ਗੱਲ ਤੋਂ ਐਂਟਰੀ ਨਾ ਕਰੇ। ਉਹ ਹਟਦੇ ਨਹੀਂ ਭਾਜੀ। ਮੇਰੀ ਵਾਈਫ ਨਾਲ ਐਂਟਰੀ ਹੋਰ ਕਿਹਦੀ ਐਂਟਰੀ ਹੁੰਦੀ ਆ ਘਰ ਦੇ ਵਿੱਚ ਜਿੱਤੋਂ ਇਤਰਾਜ਼? ਇਹਨਾਂ ਦੀ ਆ ਬਸ। ਇਹ ਚਾਰੇ ਭੈਣਾਂ ਦੀ ਮੈਜੋਰਟੀ ਸੀਗੀ ਤੇ ਬਸ ਇਹਨਾਂ ਨੇ ਆਪਦੀ ਗੱਲ ਮੈਨੂੰ ਕਦੇ ਨਹੀਂ ਦੱਸੀ, ਕਿਉਂਕਿ ਮੈਂ ਤਾਂ ਰਿਹਾ ਹੀ ਬਾਹਰ ਆ, ਮੇਰਾ ਤਾਂ ਟਾਈਮ ਹੀ ਨਹੀਂ ਲੱਗਦਾ। ਮੈਂ ਪਹਿਲੀ ਵਾਰੀ ਆਪਣੇ ਘਰ 'ਚ ਇੰਨਾ ਟਾਈਮ ਰਿਹਾ, ਕਿਹਦੇ ਨਾਲ ਛੇੜਖਾਨੀ ਕਰਦਾ ਹੋਊਗਾ। ਉਹ ਤਾਂ ਵਿਆਹ ਹੋਇਆ, ਉਹ ਮੋਗੇ ਰਹਿੰਦੀ, ਇੱਕ ਕੈਨੇਡਾ ਚਲ ਗਈ, ਉਹ ਵੀ ਰਿਸ਼ਤਾ ਵੀ ਮੈਂ ਹੀ ਕਰਾਇਆ, ਵਿਆਹ ਵੀ ਮੈਂ ਹੀ ਕੀਤਾ। ਉਹ ਕੈਨੇਡਾ ਚਲ ਗਈ, ਉਹ ਬੁਲਾਉਣੇ ਹਟ ਗਈ। ਇਹਨੂੰ ਸਾਈਪਰਸ ਭੇਜਿਆ, ਜਿਹੜੀ ਆ ਸੀ, ਜਿਹੜੀ ਜ਼ਿਆਦਾ ਡਰਾਮੇ ਕਰਦੀ ਹੈ। ਇਹਦੇ ਕੋਈ ਪੈਸੇ ਲੈਣੇ ਮੈਂ, ਉਹ ਛੋਟੀ ਤੋਂ ਵੀ ਲੈਣੇ, ਸਾਰਿਆਂ ਕੋਲੋਂ ਲੈਣੇ ਮੈਂ ਥੋੜ੍ਹੇ ਪੈਸੇ। ਹੁਣ 2 ਸਾਲ ਮੈਨੂੰ ਵਿਹਲੇ ਨੂੰ ਹੋ ਗਿਆ ਭਾਜੀ, ਮੈਂ ਮੰਗਣੇ ਹੀ ਆ ਜਿਹਦੇ ਕੋਲ ਨਹੀਂ ਹੈਗੇ। ਉਹ ਜਦੋਂ ਮੈਂ ਕੋਈ ਗੱਲ ਪੈਸਿਆਂ ਦੀ ਕਰਦਾ, ਫਿਰ ਹੁਣ ਪਿੱਟਣ, ਫਿਰ ਬਲੈਕਮੇਲ ਕਰਦੇ ਆ। ਫਿਰ ਘਰ ਵਾਲੀ ਮੇਰੀ ਉਹਨਾਂ ਦੇ ਬਰਾਬਰ ਖੜ ਜਾਂਦੀ, ਤੂੰ ਕਿਉਂ ਕਰਨਾ। ਮੈਨੂੰ ਦੱਸੋ ਮੈਂ ਕਿੱਧਰ ਜਾਵਾਂ? ਆ ਪੈਸੇ ਦਾ ਡਰਾਮਾ ਸਾਰਾ। ਤੇ ਬੱਚੇ ਜਿਹੜੇ ਉਹਨਾਂ ਨੇ ਹੱਥਾਂ 'ਚ ਕੀਤੇ ਆ, ਇਹ ਥੋੜ੍ਹੀ ਦੇਰ ਬਾਅਦ ਫੇਰ ਦੁਬਾਰਾ ਇੰਟਰਵਿਊ ਕਰ ਲਿਓ ਤੁਸੀਂ, ਉਹ ਬੱਚੇ ਤੁਹਾਨੂੰ ਖੁਦ ਕਹਿਣਗੇ ਯਾਰ ਨਹੀਂ ਪੇ ਸਾਡਾ ਪੇ ਹੀ ਆ। ਅੱਛਾ, ਇਹ ਕੀ ਲੱਗਦਾ ਕਿ ਤੁਹਾਨੂੰ ਤੁਹਾਡੀ ਵਾਈਫ ਜਾਂ ਬੱਚੇ ਤੁਹਾਡੇ ਤੋਂ ਵੱਖਰੇ ਰਹਿਣਾ ਚਾਹੁੰਦੇ ਨੇ, ਵੱਖ ਹੋਣਾ ਚਾਹੁੰਦੇ ਨੇ? ਉਹ ਸਭ ਮੈਂ ਕਹਿੰਦਾ ਰਹਿ ਲੈਣ, ਘਰ 'ਚ ਰਹਿਣ, ਕਿਤੇ ਹੋਰ ਨਾ ਰਹਿਣ। ਘਰ ਉਹਨਾਂ ਲਈ ਬਣਾਇਆ ਹੋਇਆ, ਮੈਂ ਪ੍ਰਾਪਰਟੀ ਆਪਣੇ ਲਈ ਬਣਾਈ ਨਹੀਂ ਕੁਛ ਵੀ। ਘਰ ਉਹਨਾਂ ਲਈ ਆ, ਉਹ ਜਿੱਥੇ ਮਰਜ਼ੀ ਰਹਿਣ। ਮੈਂ ਤਾਂ ਦਫ਼ਤਰ 'ਚ ਰਹਿ ਲੂੰਗਾ, ਮੈਨੂੰ ਕਿਹੜੀ ਗੱਲ। ਮੈਂ ਤਾਂ ਗਾਉਣਾ ਹੀ ਆ, ਮੈਂ ਤਾਂ ਆਏ ਲੋਕਾਂ ਦਾ ਐਂਟਰਟੇਨਮੈਂਟ ਕਰਨਾ ਆ। ਅਸੀਂ ਤਾਂ ਲੋਕਾਂ ਨੂੰ ਖੁਸ਼ੀਆਂ ਵੰਡਣ ਆਏ ਆ। ਪਰ ਮੇਰਾ ਉਹ ਛਵੀ ਨਹੀਂ ਹੈਗੀ। ਇਹਨਾਂ ਨੇ ਜੋ ਕੀਤਾ, ਇਹ ਕਹਿੰਦੇ ਸੀ ਤੈਨੂੰ ਕਿਸੇ ਖਾਣ ਜੋਗਾ ਨਹੀਂ ਛੱਡਣਾ। ਇਹਨਾਂ ਨੇ ਪਹਿਲਾਂ ਪਾਪਾ ਜੀ ਨੂੰ ਤਾਂ ਮੈਨੂੰ ਕਿਹਾ ਹੋਇਆ, ਉਹ ਅੱਜ ਇਹਨਾਂ ਨੇ ਦਿਖਾਤਾ। ਇੱਕ ਰਾਤ ਦੇ ਵਿੱਚ ਮੇਰਾ ਕੈਰੀਅਰ ਖਤਮ ਕਰਤਾ ਇਹਨਾਂ ਨੇ। ਅੱਛਾ, ਡਿਵੋਰਸ ਦੀ ਵੀ ਗੱਲ ਤੁਸੀਂ ਕਰਦੇ, ਡਿਵੋਰਸ ਦੀ ਗੱਲ ਵੀ ਕੋਈ ਹੋਈ ਸੀ ਵਾਈਫ ਨਾਲ? ਡਿਵੋਰਸ ਪਹਿਲਾਂ ਹੋਈ ਨਹੀਂ ਸੀ। ਇਹਨਾਂ ਜਦੋਂ ਮੈਰਿਜ ਹੋਈ ਸੀ ਨਾ, ਉਹਨਾਂ ਦੇ ਮਨ 'ਚ ਲਾਲਚ ਸੀ ਵੀ ਇਹਦੇ ਨਾਲ ਮੈਰਿਜ ਕਰਾ ਕੇ ਵੀ ਇਹ ਕਹਿੰਦੀ ਅਸੀਂ ਵੀ ਇਹਨੂੰ ਬਾਹਰ ਤੋਰ ਦੇ। ਅੱਛਾ, ਮੇਰੀ ਵਾਈਫ ਨੂੰ। ਤੇ ਉਦੋਂ ਮੇਰੇ 'ਤੇ ਸਮਾਂ ਥੋੜ੍ਹਾ ਜਿਹਾ ਘੱਟ ਸੀਗਾ, ਵਧੀਆ। ਬੇਟੀ ਹੋਈ 2007 'ਚ, ਤੇ 2010 ਦੇ ਵਿੱਚ ਇਹਨਾਂ ਨੇ ਡਿਵੋਰਸ ਲਿਆ ਹੋਇਆ ਮੇਰੇ ਤੋਂ। 2007 10 ਤਾਂ ਮੈਨੂੰ ਨਹੀਂ ਸੀ ਪਤਾ। ਇਹ ਡਿਵੋਰਸ ਕਿੱਦਾਂ ਲੈ ਲਿਆ? ਸਾਈਨ ਤੁਹਾਡੇ ਹੋਏ ਹੋਣਗੇ ਉੱਤੇ? ਭਾਜੀ ਮੈਨੂੰ ਨਹੀਂ ਪਤਾ, ਪਰ ਮੈਨੂੰ ਪਤਾ ਲੱਗਾ ਵੀ ਡਿਵੋਰਸ ਇਹਨਾਂ ਨੇ ਲਿਆ। ਕੋਈ ਨਹੀਂ, ਆਜੂ ਸਾਹਮਣੇ ਉਹ ਵੀ ਗੱਲ, ਹੌਲੀ ਹੌਲੀ ਆ ਜੂਗੀ ਭਾਜੀ। ਮੈਂ ਤਾਂ ਵਾਲੀਆਂ ਤਾਂ ਨਹੀਂ ਗੱਲਾਂ ਕਰਦਾ, ਪਰ ਗੱਲ ਇਹ ਵੀ ਜਿਹੜੀ ਗੱਲ ਹੋਈ ਆ ਉਹ ਗੱਲ ਹੋਰ ਸੀਗੀ। ਬਾਣਾ ਜੀ ਇਹਨਾਂ ਨੇ ਹੋਰ, ਕਿਉਂਕਿ ਸ਼ੁਰੂ ਤੋਂ ਇਹ ਟੌਰਚਰ ਕਰਦੇ ਆਇਆ, ਬਲੈਕਮੇਲ ਕਰਦੇ ਆਇਆ। ਖੁਦ ਮੇਰੇ ਮੂੰਹ 'ਤੇ ਕਹਿੰਦੇ ਮੇਰੇ ਪਾਪਾ ਜੀ ਬਿਮਾਰ ਹੀ ਇਹਨਾਂ ਨੇ ਕੀਤੇ ਹੋਇਆ। ਉਹਨਾਂ ਨੂੰ ਕੁੱਤੇ ਬਿੱਲੇ ਤੋਂ ਬਗੈਰ ਇਹ ਬੋਲਦੀਆਂ ਨਹੀਂ। ਉਹ ਬਾਹਰ ਇਕੱਲੇ ਬੈਠੇ ਰਹਿੰਦੇ ਆ,
ਤੇ ਕੋਈ ਉਹਨਾਂ ਨੂੰ ਪੁੱਛਣ ਵਾਲਾ ਨਹੀਂ। ਤੇ ਜੇ ਮੇਰੀ ਵਾਈਫ ਹੀ ਨਹੀਂ ਇਹ ਕਰ ਸਕਦੀ, ਮੈਂ ਰੋਟੀ ਬਣਾਉਣਾ ਪਾਪਾ ਜੀ ਲਈ ਵੀ, ਜਦੋਂ ਇਹ ਬਿਮਾਰ ਹੁੰਦੀ ਆ ਜਾਂ ਨਹੀਂ ਉੱਠਦੀ ਮੈਂ ਰੋਟੀ ਬਣਾਉਣਾ ਬੱਚਿਆਂ ਲਈ ਵੀ, ਤੇ ਪਿੰਡ ਵੀ ਮੈਂ ਆਪ ਹੀ ਬਣਾਉਂਦਾ ਸੀ। ਮੈਨੂੰ ਤਾਂ ਕੋਈ ਸਹੂਲਤ ਹੀ ਨਹੀਂ ਮਿਲੀ ਵੀ ਮੈਨੂੰ ਕੋਈ ਫਾਇਦਾ ਹੋਇਆ ਹੋਊਗਾ। ਮੈਂ ਤਾਂ ਫੇਰ ਵੀ ਜੀਣਾ ਆ, ਉਹਨਾਂ ਦੇ ਖਾਤਰ ਜੀਣਾ। ਮੈਂ ਜਿੱਦਾਂ ਮਰਜ਼ੀ ਕਰਾਂ, ਮੈਂ ਉਹਨਾਂ ਨੂੰ ਹਰ ਸਹੂਲਤ ਦਿੰਦਾ ਵੀ ਤੁਸੀਂ ਠੀਕ ਰਹੋ। ਮੈਂ ਦਵਾਈਆਂ ਦਾਰੂ ਵੀ ਕਰਦਾ। ਕਿਹੜਾ ਡਾਕਟਰ ਹੈ ਜਿਹਨੂੰ ਮਰਜ਼ੀ ਪੁੱਛ ਲਓ ਵੀ ਕਿੱਥੇ ਨਹੀਂ ਲੈ ਕੇ ਗਿਆ ਮੈਂ। ਪ੍ਰੋਪਰਟੀ ਨੂੰ ਲੈ ਕੇ ਕਈ ਵਾਰ ਗੱਲ ਹੋਈ ਕੋਈ ਕਿ ਤੁਸੀਂ ਬੱਚਿਆਂ ਦੇ ਨਾਂ ਕਰ ਦਿਓ ਜਾਂ ਮੇਰੇ ਨਾਂ ਕਰ ਭਾਜੀ ਦਿਓ? ਹੁੰਦੀਆਂ ਹੀ ਇਹ ਆ, ਹੁੰਦੀਆਂ ਹੀ ਇਹ। ਜਦ ਕਿ ਸਭ ਕੋਠੀ ਵਾਈਫ ਦੇ ਨਾਂ ਤੇ ਆ ਸਾਂਭਲੀ। ਅੱਛਾ, ਆ ਇੱਥੇ ਪੇਪਰ ਪੈ ਦਿਖਾ ਦਿੰਦਾ ਤੁਹਾਨੂੰ। ਹਰ ਗੱਲ ਦਾ ਮੇਰੇ ਕੋਲ ਪ੍ਰੂਫ ਹੈ। ਗੱਲ ਤਾਂ ਪ੍ਰਾਪਰਟੀ ਦੀ ਹੁੰਦੀ ਜਦੋਂ ਵੀ ਹੁੰਦੀ ਵੀ ਆ ਇਹਨਾਂ ਦੇ ਨਾਂ ਤੇ, ਮੈਂ ਕਿਹਾ ਉਹਨਾਂ ਦਾ ਜਾਂ ਬੇਟੀ ਦੇ ਨਾਂ ਤੇ ਪਲਾਟ ਆ ਘਰ 'ਚ, ਬੱਚਿਆਂ ਦਾ ਸਭ ਕੁਝ ਹੈ, ਵਾਈਫ ਦੇ ਨਾਂ ਤੇ ਕੋਠੀ ਆ। ਮੇਰਾ ਤਾਂ ਆਪ ਦਾ ਕੁਝ ਵੀ ਨਹੀਂਗਾ, ਮੈਨੂੰ ਲਾਲਚ ਵੀ ਨਹੀਂ, ਮੈਂ ਕਮਾਏ ਉਹਨਾਂ ਲਈ ਭਾਜੀ। ਅੱਛਾ, ਕਹਿੰਦੇ ਜੋ ਬੱਚਿਆਂ ਦੇ ਨਾਲ ਜਿਹਦਾ ਮੋਹ ਪਿਆਰ ਜ਼ਿਆਦਾ ਹੁੰਦਾ ਬੱਚੇ ਉਹਦੇ ਵੱਲ ਦੀ ਹਮੇਸ਼ਾ ਗੱਲ ਕਰਦੇ ਨੇ। ਤੁਸੀਂ ਵੀ ਅਕਸਰ ਕਹਿੰਦੇ ਹੋ ਵੀ ਮੈਂ ਉਹਨਾਂ ਨੂੰ ਟੂਰ ਤੇ ਲੈ ਕੇ ਗਿਆ, ਘੁਮਾਇਆ ਫਿਰਾਇਆ, ਵਧੀਆ ਸਕੂਲਾਂ ਦੇ ਵਿੱਚ ਹਰ ਇੱਛਾ ਬੱਚਿਆਂ ਦੀ ਪੂਰੀ ਕੀਤੀ ਹੈ। ਬਾਵਜੂਦ ਇਸ ਦੇ ਕੀ ਲੱਗਦਾ ਤੁਹਾਨੂੰ ਕਿ ਉਹ ਜ਼ਿਆਦਾ ਇੱਛਾ ਪੂਰੀ ਕਰ ਰਹੇ ਨੇ ਜੋ ਬੱਚੇ ਉਹਨਾਂ ਵੱਲ ਦੀ ਗੱਲ ਕਰ ਰਹੇ ਨੇ? ਦੇਖੋ ਮੈਂ ਤਾਂ ਸ਼ੁਰੂ ਤੋਂ ਭਾਜੀ ਉਹਨਾਂ ਨਾਲ ਹੀ ਉਹ ਜ਼ਿਆਦਾ ਖੁਸ਼ ਰਹੇ। ਮੇਰੀ ਵਾਈਫ ਵੀ, ਬੱਚੇ ਵੀ। ਮੇਰੇ ਨਾਲ ਤਾਂ ਸਿਰਫ ਉਨੀ ਦੇਰ ਹੈ ਜਦੋਂ ਮੇਰੇ ਤੋਂ ਪੈਸੇ ਲੈਣੇ, ਪਰ ਮੈਂ ਬਹੁਤ ਪਿਆਰ ਕਰਦਾ। ਮੈਂ ਕਹਿੰਦਾ ਕੋਈ ਨਹੀਂ, ਬੱਚੇ ਖੁਸ਼ ਰਹਿਣ, ਬੱਚੇ ਤਾਂ ਮੇਰੇ ਹੀ ਆ। ਪੇ ਨਹੀਂ ਬਣਨਾ ਕਿਸੇ ਨੇ, ਮਾਸੀ ਮਾਸੜ ਜਿੰਨੇ ਮਰਜ਼ੀ ਬਣ ਜਾਣ, ਪੇ ਨਹੀਂ ਬਣਨਾ ਭਾਜੀ, ਹੈ ਨਾ। ਜੋ ਮੈਂ ਕਰ ਸਕਦਾ ਉਹਨਾਂ ਨੇ ਨਹੀਂ ਕਰਨਾ। ਅੱਜ ਉਹ ਉਹਨਾਂ ਦੇ ੜਿੱਕੇ ਚੜ੍ਹੇ ਹੋਇਆ, ਕੁਛ ਦੇਰ ਪਾ ਕੇ ਉਹਨਾਂ ਨੂੰ ਆਪੇ ਹੀ ਸਮਝ ਆ ਜਾਣੀ ਵੀ ਕੌਣ ਗਲਤ ਸੀ ਕੌਣ ਸਹੀ ਸੀ। ਗੱਲ ਸਿਰਫ ਸਾਡੀ ਬੰਦਿਆਂ ਦੀ ਗੱਲ ਹੋਈ ਆ ਵੀ ਘਰ 'ਚ ਅਸਲਾ ਵੀ ਪਿਆ ਤੇ ਘਰ ਦੇ ਵਿੱਚ ਤੁਹਾਨੂੰ ਕੋਈ ਕੁੱਟ ਮਾਰ ਸਕਦਾ, ਮਾਹੌਲ ਖਰਾਬ ਆ, ਆਵਾਗੌਣ ਬੰਦਾ ਕੋਈ ਨਹੀਂ ਆਉਣਾ ਚਾਹੀਦਾ। ਮੈਂ ਤਾਂ ਆਪਣੀ ਭਾਸ਼ਾ ਨਾਲ ਇਹ ਗੱਲ ਕਰਦਾ ਸੀ। ਉਹਨਾਂ ਦਾ ਤਾਂ ਰੋਲ ਹੀ ਕੋਈ ਨਹੀਂ ਸੀ। ਉਹ ਮੈਨੂੰ ਗਾਲੀ ਗਲੋਚ ਕੱਢਣ ਲੱਗਾ, ਤੂੰ ਇਹਨੂੰ ਤੰਗ ਕੀਤਾ ਹੋਇਆ ਸ਼ੁਰੂ ਤੋਂ ਲੈ ਕੇ ਫਲਾਣੇ। ਮੈਂ ਕਿਹਾ ਵੀ ਤੁਸੀਂ ਇੱਕ ਪਾਸਾ ਕਰ ਲਓ ਭਰਾਵਾ, ਜੇ ਜਿੱਦਾਂ ਕਰਨੀ ਤੁਸੀਂ ਕਰ ਲਓ। ਮੈਂ ਤਾਂ ਆਪਣੇ ਪੇ ਨੂੰ, ਮੈਂ ਤਾਂ ਉਹਨੂੰ ਤੋਂ ਬਚਾਉਣਾ ਹੀ ਆ। ਉਹ ਇਕੱਲਾ ਹੀ ਬੈਠਾ ਰਹਿੰਦਾ। ਮੈਂ ਦਫ਼ਤਰੋਂ 2-3 ਮਿੰਟ ਦਾ ਹੁੰਦਾ, ਮੈਂ ਸਾਰੀ ਦਿਹਾੜੀ ਪਰਮਾਤਮਾ ਦੀ ਸੌਂ ਲੱਗੇ। ਮੈਂ ਆਪਣਾ ਬਾਹਰ ਵੀ ਆਪਣਾ ਫੋਨ ਇੱਦਾਂ ਹੀ ਰੱਖਦਾ ਮੈਂ ਸਾਹਮਣੇ ਵੀ ਪਾਪਾ ਜੀ ਦੀਦੇ ਰਹਿਣ, ਦੀਦੇ ਰਹਿਣ। ਸਵੇਰ ਮੇਰੀ ਚੜ੍ਹਦੀ ਪਾਪਾ ਜੀ ਨੂੰ ਮੱਥਾ ਟੇਕਣ ਤੋਂ। ਮੈਂ ਕਿਤੇ ਤੁਸੀਂ ਆਪਣੇ ਫਾਦਰ ਸਾਹਿਬ ਦੀ ਚਿੰਤਾ ਕਰਦੇ ਹੋ, ਪਰ ਉਹ ਕਹਿੰਦੇ ਸਾਡੇ ਤੇ ਨਿਗਰਾਨੀ ਰੱਖੀ ਜਾਂਦੀ ਹੈ ਹਰ ਵਾਰ। ਭਾਜੀ ਨਿਗਰਾਨੀ ਬੱਚਿਆਂ ਤੇ ਕਿਉਂ ਨਹੀਂ ਰੱਖਣੀ? ਬੱਚਿਆਂ ਦੇ ਕਿਉਂ? ਬੱਚਾ ਬਾਹਰ ਅੰਦਰ ਖੇਡਦੇ ਛੋਟੇ ਆ ਨਾ, ਪਾਪਾ ਜੀ ਮਗਰ ਜਾਣ ਵਾਲੇ ਆ। ਵਾਈਫ ਕਹਿੰਦੀ ਮੈਂ ਠੀਕ ਨਹੀਂ, ਤੁਰ ਨਹੀਂ ਹੁੰਦਾ, ਕੌਣ ਨਿਗਾਹ ਰੱਖੂਗਾ? ਭਾਈ ਭਰਾ ਕੋਈ ਵੜ ਨਹੀਂ ਸਕਦਾ, ਉਹਨੂੰ ਇਹਨੇ ਮਨਾ ਕੀਤਾ ਹੈ, ਕਹਿੰਦੇ ਵੜ ਨਹੀਂ ਸਕਦਾ ਇੱਥੇ ਕੋਈ ਵੀ। ਚਾਹ ਪਾਣੀ ਨਹੀਂ ਦਿੰਦੀ। ਮੇਰੇ ਭਰਾਵਾਂ ਨੂੰ ਵੀ ਜਾ ਕੇ ਪੁੱਛ ਲਿਓ, ਆਉਂਦਾ ਹੀ ਨਹੀਂ ਕੋਈ। ਇਹਦੇ ਨਹੀਂ ਆਉਂਦੇ ਬਸ। ਮੈਂ ਤਾਂ ਬਹੁਤ ਦੁਖੀ ਹਾਂ। ਮੈਂ ਆਪਣਾ ਯਾਰ ਦੋਸਤ ਫੈਮਿਲੀ ਨੂੰ ਘਰ ਨਹੀਂ ਲਿਜਾ ਸਕਦਾ ਕਿਸੇ ਨੂੰ। ਨਹੀਂ ਤਾਂ ਲੱਖਾਂ ਮੇਰੇ ਦੋਸਤ ਆ ਜਿਹੜੇ ਮੈਨੂੰ ਅਮਰੀਕਾ ਕੈਨੇਡਾ ਦੇ ਵਿੱਚ ਪਿਆਰ ਨਾਲ ਘਰੇ ਲਿਜਾ ਕੇ ਖਾਣਾ ਖਿਲਾਉਂਦੇ ਆ ਤੇ ਅਸੀਂ ਗੱਲਾਂ ਬਾਤਾਂ ਕਰਦੇ, ਸਾਡੀਆਂ ਮਹਿਫਲਾਂ ਲੱਗਦੀਆਂ। ਇਹ ਕੁਛ ਲੈਂਬਰ ਸਾਹਿਬ ਗੱਲ ਬੈਠ ਹੀ ਨਹੀਂ ਸਕਦਾ। ਗੱਲ ਇਹੀ ਆ, ਕਹਿੰਦੇ ਨੇ ਕਿ ਛਵੀ ਇੱਕ ਲੈਂਬਰ ਸੈਨਪੁਰੀ ਹੋਣਾ ਦੀ ਹੋਰ ਆ। ਕਦੇ ਇਹਨਾਂ ਦੇ ਨਾਲ ਕੰਟਰੋਵਰਸੀ ਨਹੀਂ ਜੁੜੀ, ਕਦੇ ਕੋਈ ਵਿਵਾਦ ਨਹੀਂ ਹੋਇਆ, ਪਰ ਘਰ ਦੇ ਵਿੱਚੋਂ ਹੀ ਮੈਂਬਰ ਉੱਠ ਕੇ ਜਿਹੜੇ ਨੇ ਉਹ ਅਜਿਹੇ ਇਲਜ਼ਾਮ ਲਗਾ ਰਹੇ ਨੇ। ਬੱਚੇ ਕਹਿੰਦੇ ਨੇ ਕਿ ਪਾਪਾ ਦਾ ਸੁਭਾਅ ਬਹੁਤ ਗੁੱਸੇ ਵਾਲਾ। ਕਹਿੰਦੇ ਬਚਪਨ ਦੇ ਵਿੱਚ ਇੱਕ ਵਾਰ ਗੋਲੀ ਚਲਾਤੀ ਪਾਪਾ ਨੇ, ਬੱਚੇ ਦੇ ਪੈਰ ਤੱਕ ਲੱਗ ਗਈ। ਇਹ ਤਾਂ ਹੁਣ ਜੋ ਮਰਜ਼ੀ ਉਹ ਕਹਿੰਦੇ ਰਹਿਣ, ਆਪਾਂ ਮੈਂ ਤਾਂ ਨਹੀਂ ਇਸ ਗੱਲ ਨੂੰ ਕਹਿੰਦਾ, ਕਿਉਂਕਿ ਬੱਚੇ ਇਸ ਕਰਕੇ ਜੰਮਦੇ ਵੀ ਉਹਨੂੰ ਗੋਲੀ ਮਾਰ ਦਿੰਦੇ। ਗੋਲੀ ਉਂਗਲ 'ਤੇ ਵੱਜਣੀ ਸੀ। 3 ਵਾਰੀ ਮੈਂ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਆ, ਗੋਲੀ ਮਾਰਨ ਦੀ ਆਪਦੇ। ਜੇ ਮੇਰੇ ਪਿਤਾ ਜੀ ਨਾ ਹੁੰਦੇ ਤੇ ਮੈਂ ਅੱਜ ਖਤਮ ਸੀਗਾ ਇਹਦੀ ਨਹੀਂ ਵਜ੍ਹਾ ਨਾਲ, ਕਿਉਂਕਿ ਕੋਈ ਇੱਜ਼ਤ ਨਹੀਂ ਬਾਹਰ। ਤੁਹਾਡੀ ਇੱਜ਼ਤ ਬਹੁਤ ਆ ਤੇ ਤੁਹਾਡੇ ਆਏਗਾ ਜੀ ਬਹੁਤ। ਇਹੀ ਬੱਚਾ ਕਥਾਲੀ ਇੰਨੀ ਵੀ ਦੇਖਣਾ ਤੱਕ ਨਹੀਂ, ਪਾਣੀ ਦਾ ਘੁੱਟ ਨਹੀਂ ਪਿਲਾਉਣਾ। ਮੈਂ ਆਪ ਹੀ ਬਾਹਰੋਂ ਪ੍ਰੋਗਰਾਮ ਤੋਂ ਆਉਣਾ, ਆਪ ਹੀ ਮੈਂ ਪਾਣੀ ਪੀਣਾ। ਕਿੱਥੇ ਲਿਖਿਆ ਹੈ? ਜੋ ਮੇਰੇ ਨਾਲ ਹੋ ਰਿਹਾ ਉਹ ਵੀ ਤਾਂ ਦੀਨ ਦੁਨੀਆ ਨੂੰ ਪਤਾ ਹੋਣਾ ਚਾਹੀਦਾ ਨਾ। ਸਿਰਫ ਗੱਲ ਤਾਂ ਮੇਰੀ ਤਾਂ ਵਾਈਫ ਦੀ ਸੀਗੀ, ਉਹਨਾਂ ਕੋਲ ਪੈਸੇ ਮੰਗ ਲਏ, ਉਹ ਡਰਾਮਾ ਤਾਂ ਹੀ ਹੋਇਆ ਭਾਜੀ। ਸਭ ਤੋਂ ਵੱਡੇ ਡਰਾਮੇਬਾਜ਼ ਆ ਉਹ। ਲਾਲਚ ਝਲਕਦਾ ਆ, ਉਹ ਤੁਹਾਨੂੰ ਥੋੜ੍ਹੀ ਦੇਰ ਬਾਅਦ ਪਤਾ ਵੀ ਲੱਗ ਜੂਗਾ ਵੀ ਆਹ ਗੱਲ ਸੀ। ਕੋਠੀ ਤਾਂ ਉਹਦੇ ਨਾਂ 'ਤੇ ਆ, ਜਿਹੜੀ ਮੇਰੀ ਘਰ ਵਾਲੀ ਕਹਿੰਦੀ ਮੇਰੇ ਸਾਈਕਲ ਵੀ ਨਹੀਂ ਮੇਰੇ ਨਾਂ 'ਤੇ। ਆਪਰੇਸ਼ਨ ਉਹਦੇ ਪਹਿਲਾਂ ਐਕਸੀਡੈਂਟ ਹੋਇਆ ਸੀ, ਉਹਦੇ ਰੋਡ ਪਿਆ ਸੀ, ਰੋਡ ਮੈਂ ਕਢਾਈ ਆ। ਸਾਰੇ ਘਰ ਦਾ ਇਹਨਾਂ ਦੀ ਸੱਸ ਮੇਰੀ, ਉਹਦਾ ਹਾਰਟ ਦਾ ਆਪਰੇਸ਼ਨ ਮੈਂ ਕਰਾਇਆ। ਸਹੁਰੇ ਦਾ ਹਾਰਟ ਦਾ ਆਪਰੇਸ਼ਨ ਮੈਂ ਕਰਾਇਆ। ਸਾਲੇ ਦਾ ਮੈਂ ਨਸ਼ਾ ਛਡਾਊ 'ਤੇ ਜਮ੍ਹਾਂ ਕਰਾਉਂਦਾ ਰਿਹਾ ਉਹਨਾਂ ਨੂੰ। 3-4 ਕੁੜੀਆਂ ਦਾ ਵਿਆਹ 5-5 7-7 ਲੱਖ ਲਾ ਕੇ ਮੈਂ ਕੀਤਾ ਹੋਇਆ। ਉਹਨਾਂ ਨੂੰ ਘਰੋਂ ਘਰੀ ਮੈਂ ਤੋਰਿਆ ਹੋਇਆ। ਜਿਹੜੀਆਂ ਅੱਜ ਕਹਿੰਦੀਆਂ ਵੀ ਸਾਨੂੰ ਇਹ ਛੇੜ ਕਰਦਾ, ਹੋਰ ਦੁਨੀਆ ਥੋੜ੍ਹੀ ਆ। ਇੰਨੀਆਂ ਕੰਟਰੀਆਂ 'ਚ ਮੈਂ ਚਲੇ ਗਿਆ, ਜਿੱਥੇ ਖੋਲ੍ਹਿਆ, ਜਿੱਥੇ ਸਾਰਾ ਕੁਝ ਕਰ ਸਕਦੇ। ਮੈਂ ਤਾਂ ਉੱਥੇ ਨਹੀਂ ਕਦੀ ਇਹ ਕੰਮ ਕੀਤਾ ਤੇ ਘਰੇ ਕਿੱਦਾਂ ਕਰ ਲਓਗੇ? ਲੈਂਬਰ ਸਾਹਿਬ ਘਰਾਂ ਦੇ ਵਿੱਚ ਅਜਿਹੇ ਛੋਟੇ ਮੋਟੇ ਮਾਮਲੇ ਹੁੰਦੇ ਰਹਿੰਦੇ ਨੇ, ਪਰ ਇਹ ਗੱਲ ਵੱਧਦੀ ਦਿਖ ਰਹੀ ਹੈ ਕਿਉਂਕਿ ਬੱਚੇ ਕਹਿੰਦੇ ਨੇ ਕਿ ਅਸੀਂ ਪਾਪਾ ਦੇ ਨਾਲ ਰਹਿਣਾ ਹੀ ਨਹੀਂ। ਹੁਣ ਇੰਨੀ ਜ਼ਿਆਦਾ ਨੌਬਤ ਆ ਗਈ ਹੈ। ਹੁਣ ਮਸਲੇ ਦਾ ਹੱਲ ਕੀ ਦੇਖਦੇ ਹੋ? ਪਰਿਵਾਰ ਦਾ ਇਕਜੁੱਟ ਹੋਣਾ ਵੀ ਜ਼ਰੂਰੀ ਹੈ। ਉਹਨਾਂ ਦੀ ਮੌਜ ਆ, ਮੈਂ ਕੁਛ ਨਹੀਂ ਕਰ ਸਕਦਾ। ਬੱਚੇ ਜਿੱਥੇ ਮਰਜ਼ੀ ਰਹਿਣ, ਘਰ ਉਹਨਾਂ ਦਾ, ਪ੍ਰੋਪਰਟੀ ਉਹਨਾਂ ਦੀ, ਕਮਾਈ ਮੈਂ ਉਹਨਾਂ ਲਈ ਕਰਨੀ, ਮੈਂ ਤਾਂ ਉਹਨਾਂ ਲਈ ਕਰਨੀ ਹੈ ਨਾ। ਵੀ ਜਿੰਨੀ ਕਮਾਈ ਕਰਨੀ ਮੈਂ ਤਾਂ ਉਹਨਾਂ ਲਈ ਕਰਨੀ ਆ। ਮੈਂ ਨਹੀਂ ਭੱਜਣਾ। ਉਹ ਜਿੱਥੇ ਮਰਜ਼ੀ ਜੋ ਮਰਜ਼ੀ ਉਹਨਾਂ ਨੂੰ ਚੰਗਾ ਲੱਗਦਾ ਉਹ ਕਰ। ਮੇਰੇ ਤੋਂ ਨਫ਼ਰਤ ਕਰਦੇ ਕੋਈ ਗੱਲ ਨਹੀਂ। ਜਦੋਂ ਸਮਝ ਆ ਗਈ ਪਏ ਕੀ ਆ, ਉਹ ਆਪੇ ਹੀ ਆ ਜਾਣਗੇ। ਮੈਂ ਤਾਂ ਕਿੱਥੇ ਰਹਿਣਾ, ਕੋਲ ਹੀ ਰਹਿਣਾ। ਮੈਂ ਨਹੀਂ ਨਫ਼ਰਤ ਕਰਦਾ। ਜੇ ਉਹਨਾਂ ਦੇ ਵਿੱਚ ਅੱਜ ਨਫ਼ਰਤ ਭਰੀ ਗਈ ਆ
ਇਹ ਗਿਣਿਆ ਚੁਣਿਆ ਹੈ ਸਾਰਾ ਕੁਝ ਭਾਜੀ। ਮੇਰੇ ਬੱਚੇ ਤਾਂ ਮੇਰੇ ਸਾਹਮਣੇ ਕਦੀ ਬੋਲੇ ਨਹੀਂ, ਮੈਂ ਤਾਂ ਉੱਦਾਂ ਹੀ ਹੈਰਾਨ ਹਾਂ ਵੀ ਉਹ ਤਾਂ ਯਾਰ ਇੰਨਾ ਕੁਝ ਉਹਨਾਂ ਦੇ ਅੰਦਰ ਇਹਨਾਂ ਨੇ ਭਰ ਦਿੱਤਾ। ਅੱਛਾ ਲੈਂਬਰ ਸਾਹਿਬ ਕਹਿੰਦੇ ਨੇ ਕਿ ਪਰਿਵਾਰ ਨੂੰ ਇਕਜੁੱਟ ਕਰਨ ਦੇ ਲਈ ਕਈ ਵਾਰ ਉੱਤੇ ਥੱਲੇ ਵੀ ਹੋਣਾ ਪੈਂਦਾ, ਬੰਦੇ ਨੂੰ ਝੁਕਣਾ ਵੀ ਪੈਂਦਾ। ਛੋਟੇ ਛੋਟੇ 2 ਬੱਚੇ ਨੇ, ਇੱਕ ਬੇਟੀ ਹੈ ਤੁਹਾਡੀ, ਜੇ ਉਹ ਵੱਖ ਹੋ ਜਾਂਦੇ ਨੇ ਤਾਂ ਇੱਕ ਵੱਡਾ ਘਾਟਾ ਹੈ। ਜੇ ਇਕੱਠੇ ਕਰਨ ਲਈ ਤੁਹਾਨੂੰ ਥੋੜ੍ਹਾ ਬਹੁਤਾ ਝੁਕਣਾ ਪੈਂਦਾ, ਜਾਂ ਜਿਹੜੇ ਇਲਜ਼ਾਮ ਲਾਉਂਦੇ ਨੇ ਜੇਕਰ ਉਹ ਮਾਫੀ ਮੰਗਣ ਨੂੰ ਕਹਿੰਦੇ ਨੇ ਤਾਂ ਤੁਸੀਂ ਕੋਈ ਕੰਪਰੋਮਾਈਜ਼ ਕਰਦੇ ਹੋ? ਬੱਚਿਆਂ ਦੇ ਪੈਰੀ ਹੱਥ ਲਾਵਾਂ, ਕਿੱਦਾਂ ਲਾ ਸਕਦਾ ਮੈਂ? ਜੇ ਬੱਚਿਆਂ ਨੂੰ ਮੈਂ ਟੈਲੀਫੋਨ ਆ ਸਾਰੀ ਦਿਹਾੜੀ ਲੈ ਕੇ ਬੈਠੇ ਉਹਨੂੰ ਰੋਕਦਾ ਤਾਂ ਮੈਂ ਪੈਰੀ ਹੱਥ ਲਾਊਂਗਾ? ਜੇ ਮੈਂ ਉਹਨਾਂ ਨੂੰ ਕਿਹਾ ਕਿਤਾਬ ਚੱਕੋ ਮੈਂ ਪੈਰੀ ਹੱਥ ਲਾਊਂਗਾ? ਜੇ ਮੈਂ ਉਹਨਾਂ ਨੂੰ ਕਿਹਾ ਟਿਊਸ਼ਨ 'ਤੇ ਤੁਸੀਂ ਕਿਉਂ ਨਹੀਂ ਗਏ ਪੈਰੀ ਹੱਥ ਲਾਊਂਗਾ? ਹੱਦ ਹੋ ਗਈ ਯਾਰ। ਮੇਰਾ ਫਰਜ਼ ਪੂਰਾ ਮੈਂ ਕਰ ਰਿਹਾ ਪੇ ਦਾ। ਜੇ ਉਹਨਾਂ ਨੂੰ ਲੱਗਦਾ ਮੈਂ ਟੌਰਚਰ ਕਰਦਾ ਤਾਂ ਠੀਕ ਹੈ, ਉਹ ਆਪਣੇ ਘਰ 'ਚ ਰਹਿਣ, ਮੈਂ ਦਫ਼ਤਰ ਰਹਿ ਲੂँਗਾ। ਪਰ ਕਮਾਈ ਉਹਨਾਂ ਲਈ ਕਰੂੰਗਾ, ਕਮਾਈ ਉਹਨਾਂ ਲਈ ਕਰੂੰਗਾ ਮੈਂ, ਕਿਉਂਕਿ ਮੇਰਾ ਉਹਨਾਂ ਨਾਲ ਕੋਈ ਇੱਦਾਂ ਦਾ ਨਹੀਂ ਹੈਗਾ। ਮੈਂ ਬੱਚਿਆਂ ਨੂੰ ਚੰਗੀ ਗੱਲ ਹੀ ਸਿਖਾਉਣਾ ਹੈ, ਮੈਂ ਬੁਰੀ ਗੱਲ ਨਹੀਂ ਸਿਖਾਉਣਾ, ਬੁਰੀ ਗੱਲ ਨਹੀਂ ਸਿਖਾਉਂਦਾ। ਉਹਨਾਂ ਦੇ ਮਨ 'ਚ ਅੱਜ ਭਰਿਆ, ਕੱਲ੍ਹ ਨੂੰ ਠੀਕ ਹੋ ਜੂ ਭਾਜੀ। ਮੇਰੇ ਨਾਲ ਕੋਈ ਮਸਲਾ ਨਹੀਂ, ਮੈਂ ਜਿੱਦਾਂ ਉਹ ਖੁਸ਼ ਰਹਿਣਾ ਚਾਹੁੰਦੇ ਉਹ ਰਹਿ ਲੈਣ, ਪਰ ਮੈਂ ਉਹਨਾਂ ਨੂੰ ਆਪਣੇ ਤੋਂ ਦੂਰ ਨਹੀਂ ਕਰ ਸਕਦਾ। ਅੱਛਾ ਕੱਲ੍ਹ ਵਾਲੀ ਘਟਨਾ ਤੋਂ ਬਾਅਦ ਬੱਚਿਆਂ ਨਾਲ ਗੱਲਬਾਤ ਹੋਈ ਕੋਈ? ਨਹੀਂ ਪਾਪਾ ਜੀ ਤੁਸੀਂ ਕੋਸ਼ਿਸ਼ ਕੀਤੀ ਵੀ ਮਸਲਾ? ਮੈਂ ਤਾਂ ਭਾਜੀ ਨਹੀਂ ਕਰ ਸਕਦਾ, ਮੈਂ ਨਹੀਂ ਕਰ ਸਕਦਾ। ਮੈਂ ਤਾਂ ਇਹ ਆ, ਮੈਂ ਤਾਂ ਦਿਲ 'ਤੇ ਪੱਥਰ ਬਣ ਗਿਆ ਵੀ ਜੋ ਜਿੱਦਾਂ ਉਹ ਖੁਸ਼ ਰਹਿਣਾ ਚਾਹੁੰਦੇ ਉੱਦਾਂ ਹੀ ਰਹਿ ਲੈਣ, ਮੈਂ ਕੀ ਕਰ ਸਕਦਾ? ਮੈਂ ਤਾਂ ਸਾਰਾ ਕੁਝ ਕਰ ਲਿਆ ਉਹਨਾਂ ਲਈ। ਸਾਈਕਲਾਂ ਤੋਂ ਚੱਕ ਕੇ ਗੱਡੀਆਂ 'ਚ ਬਿਠਾਤਾ, ਜਹਾਜ਼ਾਂ 'ਚ ਢਾਤੇ ਸਾਰੇ। ਇਦੋਂ ਪਰੇ ਤਾਂ ਮੈਨੂੰ ਨਹੀਂ ਪਤਾ ਵੀ ਕੀ ਹੋ ਸਕਦਾ। ਪਰਿਵਾਰ ਦੇ ਮਸਲੇ ਕਹਿੰਦੇ ਬੈਠ ਕੇ ਹੀ ਸੁਲਝੇ ਜਾਂਦੇ ਨੇ। ਤੁਸੀਂ ਭਾਜੀ ਇਹ ਤਾਂ ਬੈਠ ਕੇ ਇੰਨੀ ਵਾਰੀ ਸੁਲਝਾਏ ਆ। ਇਹ ਤਾਂ ਅੱਜ ਜਦੋਂ ਜਿੰਨਾ ਚਿਰ ਇਹ ਆ ਵਿੱਚ, ਇਹ ਸਾਡਾ ਮਸਲਾ ਹੱਲ ਹੋਣਾ ਹੀ ਨਹੀਂ। ਇਹ ਲਾਲਚ ਹੀ ਇਹ ਆ ਵੀ ਇਹ ਦੋਨੇ ਪੇ ਪੁੱਤ ਮਰ ਜਾਣ ਤੇ ਅਸੀਂ ਆ ਸਾਰਾ ਕੁਝ ਸਾਂਭੀਏ। ਤੇ ਮੈਂ ਇਹ ਗੱਲ ਕਹਿ ਚੁੱਕਾ ਵੀ ਸਾਡੇ ਜੀਂਦੇ ਜੀ ਸਾਡੇ ਤੋਂ ਤੁਸੀਂ ਸਹਿਮਤ ਕਰਾ ਲਓ, ਪਰ ਸਾਨੂੰ ਜੀਣ ਦਿਓ। ਤੁਸੀਂ ਇਦਾਂ ਨਾ ਕਰੋ। ਕਿਹੜਾ ਆਰਟਿਸਟ ਆ ਜਿਹੜਾ ਆਪਣੇ ਘਰ ਦੇ ਵਿੱਚ ਯਾਰ ਦੋਸਤ ਫੈਮਿਲੀ ਵਾਲਿਆਂ ਨੂੰ ਸੱਦ ਕੇ ਰੋਟੀ ਪਾਣੀ ਨਹੀਂ ਕਰਦਾ? ਮੈਂ ਉਹ ਵੀ ਨਹੀਂ ਕਰਾ ਸਕਦਾ। ਦੱਸ ਦਿਓ ਮੇਰੇ ਯਾਰ ਦੋਸਤ ਜਿਹੜੇ ਜਿੰਨੇ ਵੀ ਹੈਗੇ ਆ ਵੀ ਮੈਂ ਅੱਜ ਤੱਕ ਉਹਨਾਂ ਨੂੰ ਸੱਦਿਆ ਕਦੀ ਘਰ? ਮੂੰਹ ਹੀ ਨਹੀਂ ਸਿੱਧੇ ਹੁੰਦੇ। ਜਦੋਂ ਇਹਨਾਂ ਨੇ ਹੋਣਾ ਉਦੋਂ ਹੀ ਹੋਣਾ ਸਾਰਾ ਕੁਝ। ਤੁਹਾਨੂੰ ਕੀ ਪਤਾ ਮੇਰੀ ਜ਼ਿੰਦਗੀ ਇਹਨਾਂ ਨੇ ਕਿੱਦਾਂ ਦੀ ਕੀਤੀ ਹੋਈ ਹੈ ਸਾਰਿਆਂ ਨਾਲ ਰਲ ਕੇ। ਪਰ ਮੈਂ ਆਪਣੇ ਬੱਚਿਆਂ ਦਾ ਮੈਂ ਪੂਰੀਆਂ ਸਹੂਲਤਾਂ ਦਿੱਤੀਆਂ, ਚੰਗੇ ਸਕੂਲ 'ਚ ਪੜ੍ਹਦੇ ਆ, ਐਜੂਕੇਸ਼ਨ ਚੰਗੀ ਦਿੱਤੀ ਆ, ਖਰਚਾ ਕਰਦਾ ਮੈਂ, ਕੱਪੜਾ ਲੀੜਾ ਵਧੀਆ ਆ। ਘਰ 'ਚ ਨਾ ਮਾਂ ਲੜਨ ਵਾਲੀ, ਨਾ ਨਨਾਣ, ਨਾ ਮੇਰੇ ਫਾਦਰ ਸਾਹਿਬ। ਕਾਹਦੀ ਲੜਾਈ ਹੋ ਸਕਦੀ ਤੁਸੀਂ ਦੱਸੋ? ਘਰ 'ਚ ਉੱਥੇ ਲੜਾਈ ਹੋ ਸਕਦੀ ਜਨਾਨੀ ਦੀ, ਘਰ ਇਹਨਾਂ ਨਾਲ ਹੋ ਸਕਦੀ ਜਿੱਥੇ ਦਰਾਣੀ ਜਠਾਣੀ ਕੋਈ ਹੈਗਾ। ਸਾਡੇ ਘਰ 'ਚ ਹੈ ਹੀ ਨਹੀਂ ਕੋਈ ਜਨਾਨੀ ਹੈ ਨਹੀਂ, ਕਿੱਦਾਂ ਹੋ ਜੂਗੀ ਦੱਸੋ? ਯਾਨੀ ਕਿ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਕਿ ਬਾਹਰਲੇ ਬੰਦਿਆਂ ਦੇ ਕਾਰਨ ਘਰ ਉਜੜਦਾ ਦਿਖ ਰਿਹਾ। ਜਿੰਨਾ ਚਿਰ ਇਹ ਸਾਲੀਆਂ ਮੇਰੀਆਂ ਜਾਂ ਸਾਂਢੂ ਆ ਬੰਨੀ, ਉਹ ਬਹੁਤ ਤੇਜ਼ ਆ ਬੰਦਾ, ਉਹ ਜੋ ਉਹ ਕਹਿੰਦਾ ਉਹੀ ਇਹ ਕਰਦੀ। ਸੋ ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਇਹ ਲੈਂਬਰ ਹੁਸੈਨਪੁਰੀ ਹੋਣੇ ਨੇ ਜਿਨ੍ਹਾਂ ਨੇ ਸਾਰੀ ਗੱਲ ਖੁੱਲ੍ਹ ਕੇ ਸਾਹਮਣੇ ਰੱਖੀ ਆ, ਕਿਉਂਕਿ ਇੱਕ ਪੱਖ ਇਹਨਾਂ ਦੇ ਪਰਿਵਾਰ ਦਾ ਪਹਿਲਾਂ ਸਾਹਮਣੇ ਆਇਆ ਸੀਗਾ। ਉਹਨਾਂ ਨੇ ਇਲਜ਼ਾਮ ਲਗਾਏ ਸੀਗੇ, ਪਰ ਲੈਂਬਰ ਹੁਸੈਨਪੁਰੀ ਹੋਣਾ ਨੇ ਆਪਣਾ ਪੱਖ ਰੱਖਿਆ, ਸਫਾਈ ਦਿੱਤੀ ਆ। ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੇ ਆਪਣੀਆਂ ਸਾਲੀਆਂ ਦੇ ਕੋਲੋਂ ਪੈਸੇ ਲੈਣੇ ਸੀਗੇ ਤੇ ਜਦੋਂ ਇਹਨਾਂ ਨੇ ਪੈਸੇ ਮੰਗੇ ਤਾਂ ਉਸ ਤੋਂ ਬਾਅਦ ਇਹ ਕਲੇਸ਼ ਹੋਣਾ ਸ਼ੁਰੂ ਹੋ ਗਿਆ। ਪਰ ਵੱਡੀ ਗੱਲ ਇੱਥੋਂ ਤੱਕ ਇਹਨਾਂ ਨੇ ਇਹ ਵੀ ਕਹਿ ਦਿੱਤੀ ਹੈ ਕਿ ਇਹਨਾਂ ਦੀ ਵਾਈਫ ਦੇ ਵੱਲੋਂ 2010 ਦੇ ਵਿੱਚ ਹੀ ਡਿਵੋਰਸ ਲੈ ਲਿਆ ਗਿਆ ਸੀਗਾ, ਜਿਹੜੀ ਗੱਲ ਹੁਣ ਬਾਹਰ ਨਿਕਲ ਕੇ ਸਾਹਮਣੇ ਆ ਰਹੀ ਹੈ। ਕੈਮਰਾਮੈਨ ਰਵਿੰਦਰ ਕੁਮਾਰ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਟੀਵੀ ਪੰਜਾਬ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।